ਕੋਈ ਨਾਮ ਨ ਜਾਣੈ ਮੇਰਾ। ਵਾਹਿਗੁਰੂ ਜੀ ਟੋਟੀ ਮਹਲਾ ਪੰਜਵਾ। ਰਸਨਾ ਗੁਣ ਗੋਪਾਲ ਨਿਤ ਧਾਇਣਾ। ਸਾਤ ਸਹਿਜ ਰਹਸ ਮਨ ਪਜਿਆ। ਸਗਲੇ ਦੁਖ ਪਲਾਇਣਾ। ਰਸਨਾ ਗੁਣ ਗੋਪਾਲ ਨਿਤ ਗਾਇਣਾ। ਸਾਤ ਸਹਿਜ ਰਹਸ ਮਨ ਪਜਿਆ। ਸਗਲੇ ਦੁਖ ਪਲਾਇਣਾ। ਰਹਾਉ ਜੋ ਮੰਗੇ ਸੋਈ ਸੋਈ ਪਾਵੇ। ਸੇਵ ਹਰਿ ਕੇ ਚਰਨ ਰਸਾਇਣਾ। ਜਨਮ ਮਰਨ ਦੁਖ ਤੇ ਛੁਟੈ। ਭਵ ਜਲ ਜਗਤ ਤਰਾਇਣਾ। ਖੋਜਤ ਖੋਜਤ ਤਤ ਵਿਚਾਰਿਆ। ਦਾਸ ਗੋਬਿੰਦ ਪਰਾਇਣਾ। ਅਵਨਾਸੀ ਖੇਮ ਚਾਹੈ ਜੀ ਨਾਨਕ। ਸਦਾ ਸਿਮਰ ਨਾਰਾਇਣਾ। ਖੋਜਤ ਖੋਜਤ ਤਤ ਵਿਚਾਰਿਓ। ਦਾਸ ਗੋਬਿੰਦ ਪਰਾਇਣਾ। ਅਵਨਾਸੀ ਖੇਮ ਚਾਹੈ ਜੀ ਨਾਨਕ। ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸੰਗਤ ਜੀਓ, ਤਕਰੀਬਨ ਆਪ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਭਰ ਰਹੇ ਹੋ ਪਵਿੱਤਰ ਸਥਾਨਾਂ ਤੇ। ਪਾਵਨ ਪਵਿੱਤਰ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਗੁਰ ਚਰਨਾਂ ਜੁੜ ਬੈਠੇ ਹੋ। ਮਨ ਦੀ ਬਿਰਤੀ ਕਾਗਰਤਾ ਕਰੀਏ। ਜਿਤਨਾ ਕੁ ਸਮਾਂ ਜੋ ਕਿ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਉਤਨਾ ਸਮਾਂ ਗੁਰ ਚਰਨਾਂ ਨਾਲ ਜੁੜੀਏ। ਜੋ ਕਿ ਪਾਵਨ ਪਵਿੱਤਰ ਹੁਕਮਨਾਮੇ ਦਾ ਜੋ ਅੰਗ ਹੈ ਜੀ 713 ਦੇ ਉੱਪਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ ਹੈ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਪੰਚਮ ਪਿਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਕੋਡੀ ਰੰਗ ਦੇ ਅੰਦਰ ਸਤਿਗੁਰਾਂ ਦਾ ਪਾਵਨ ਪਵਿੱਤਰ ਹੁਕਮਨਾਮਾ ਆਪ ਜੀ ਨੇ ਸਰਵਣ ਕਰਿਆ। ਸਤਿਗੁਰੂ ਜੀ ਪਾਵਨ ਪਵਿੱਤਰ ਹੁਕਮਨਾਮੇ ਦੇ ਰੂਪ ਦੇ ਵਿੱਚ ਸਾਨੂੰ ਕੀ ਸਮਝਾਉਣਾ ਕਰਦੇ ਹੈ, ਸਰਵਣ ਕਰਿਓ ਜੀ। ਕੋਡੀ ਮਹੱਲਾ ਪੰਜਵਾ। ਪੰਜਵੇਂ ਦਾ ਅਰਥ ਭਾਵ ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਆਪ ਜੀ ਨੇ ਸਰਵਣ ਕਰ ਰਹੇ ਹੋ। ਰਸਨਾ ਗੁਣ ਗੋਪਾਲ ਨਿਤ ਗਾਇਣਾ। ਸੋ ਗੁਰੂ ਪਿਆਰੀ ਸੰਗਤ ਜੀ, ਰਸਨਾ ਦਾ ਅਰਥ ਭਾਵ ਕੀ ਹੈ? ਰਸਨਾ ਦਾ ਅਰਥ ਹੁੰਦਾ ਹੈ ਜੀ ਜੀਵ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੀਵ ਨੂੰ ਸਤਿਗੁਰਾਂ ਨੇ ਰਸਨਾ ਸ਼ਬਦ ਵਰਤਿਆ। ਰਸਨਾ ਰਸਨਾ ਆਪਾਂ ਕਹਿੰਦੇ ਜੀਵ ਨੂੰ। ਸਤਿਗੁਰੂ ਕਹਿੰਦੇ ਵੀ ਜੀਵ ਦੇ ਨਾਲ ਕਿਆ ਕਿਆ ਬੋਲਣਾ ਚਾਹੀਦਾ ਹੈ, ਕਿਉਂਕਿ ਕਈ ਜੀਵ ਐਸੀਆਂ ਨੇ ਜਿਹੜੀਆਂ ਪਰਮਾਤਮਾ ਦਾ ਨਾਮ ਨਹੀਂ ਜਪਦੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਬਾਰੇ ਵੀ ਦੱਸ ਰਹੇ, ਜਿਹੜੀ ਜੀਵ ਤੋਂ ਕਦੇ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਉਚਰਿਆ, ਕਦੇ ਵਾਹਿਗੁਰੂ ਸ਼ਬਦ ਨਹੀਂ ਕਿਹਾ। ਸਤਿਗੁਰੂ ਕੀ ਕਹਿੰਦੇ ਬਾਣੀ ਅੰਦਰ, ਰਸਨਾ ਜਪੈ ਦਾ ਨਾਮ ਤਿਲ ਤਿਲ ਕਰ ਕੱਟਿਏ। ਸਤਿਗੁਰੂ ਦੀ ਬਾਣੀ ਸਮਝਾ ਰਹੇ, ਕਹਿੰਦੇ ਜਿਹੜੀ ਰਸਨਾ ਨੇ ਕਦੇ ਵਾਹਿਗੁਰੂ ਨੇ ਕਿਹਾ, ਸਤਿਗੁਰੂ ਨੇ ਕਿਹਾ, ਗੋਬਿੰਦ ਨੇ ਕਿਹਾ, ਉਸ ਜੀਵ ਨੂੰ ਸਤਿਗੁਰੂ ਕਹਿੰਦੇ ਥੋੜਾ ਥੋੜਾ ਕਰਕੇ ਕੱਟ ਦੇ। ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟਿਏ। ਹਰਾਂ ਦੇ ਬਿਸਰੇ ਗੋਬਿੰਦ ਰਾਏ ਦਿਨੋਂ ਦਿਨ ਕੱਟਿਏ। ਸਤਿਗੁਰ ਕਹਿੰਦੇ ਰਸਨਾ, ਰਸਨਾ ਦੇ ਭਾਵ ਗੁਣ ਗੋਪਾਲ ਪਰਮਾਤਮਾ ਦੀ ਕਹਿੰਦੇ ਗੁਣ ਗਾਉਣੇ ਚਾਹੀਦੇ। ਨਿਤ ਮੈਨੇ ਖਜ਼ਾਨਾ, ਕਿਉਂਕਿ ਇਹ ਪਰਮਾਤਮਾ ਦਾ ਨਾਮ ਹੈ।
ਉਹ ਭਾਵ ਕਿ ਖਜ਼ਾਨਾ ਸਰਵ ਵਿਆਪਕ ਖਜ਼ਾਨਾ। ਸਤਿਗੁਰੂ ਕਹਿੰਦੇ ਤੈਨੂੰ ਵਾਹਿਗੁਰੂ ਪ੍ਰਮਾਤਮਾ ਨੇ ਰਸਨਾ ਦਿੱਤੀ ਹੈ, ਇਸ ਜੀਵ ਦੇ ਨਾਲ ਉਸ ਪ੍ਰਮਾਤਮਾ ਦੇ ਗੁਣ ਗਾਇਨ ਕਰਨਾ ਕਰ। ਸ਼ਾਂਤ ਸਹਿਜ ਰਹੱਸ ਮਨ ਉਪਜਿਓ। ਸ਼ਾਂਤ ਦਾ ਅਰਥ ਭਾਵ ਕਿ ਸੁਖ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਰੂ ਕੇ ਸਿੱਖਾ ਜਦੋਂ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰੇਗਾ ਨਾ, ਉਹਦੀ ਬੰਦਗੀ ਕਰੇਗਾ, ਸਭ ਕੀ ਪ੍ਰਾਪਤ ਹੋਗਾ ਜੀ? ਸੁਖ। ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵੀ ਸਾਨੂੰ ਸਮਝਾ ਰਹੀ, ਕਹਿੰਦੇ ਦੁੱਖ ਪਰ ਹਰ ਸੁਖ ਘਰ ਲੈ ਜਾਏ। ਕਿ ਗੁਰਬਾਣੀ ਐਸੀ ਪਵਿੱਤਰ ਬਾਣੀ ਹੈ, ਧੁਰ ਕੀ ਬਾਣੀ ਹੈ। ਕਿਉਂਕਿ ਬਾਣੀ ਕੀ ਹੈ? ਬਾਣੀ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰ। ਧੁਰ ਕੀ ਬਾਣੀ ਆਈ ਤੇਰੇ ਸਗਲੀ ਚਿੰਤ ਮਿਟਾਈ। ਕਿਉਂਕਿ ਆਪ ਜੀ ਨੇ ਪਾਵਨ ਪਵਿੱਤਰ ਬਾਣੀ ਸ਼ਬਦ ਨਾਲ ਜੁੜੇ ਹੋ। ਸਤਿਗੁਰ ਕਹਿੰਦੇ ਜੋ ਬਾਣੀ ਨਾਲ ਜੁੜਦਾ ਹੈ ਸ਼ਾਂਤ ਭਾਵ ਕੇ ਸੁਖ ਰਹੱਸ ਮਨ ਉਪਜਿਓ। ਅਖੀਰ ਦੇ ਵਿੱਚ ਗੋਬਿੰਦ ਕਿਰਪਾ ਕਰਦੇ ਸਗਲੇ ਦੁੱਖ ਪਲਾਇਣਾ। ਜਦੋਂ ਆਪਾਂ ਬਾਣੀ ਪੜਾਂਗੇ ਨਾ ਜਾਂ ਬਾਣੀ ਸੁਣਾਂਗੇ ਕੀ ਫਾਇਦਾ ਹੋਵੇਗਾ ਸਾਨੂੰ ਜੀ? ਦੁੱਖ ਪਲਾਇਣਾ ਭਾਵ ਕੇ ਦੁੱਖ ਤੇ ਦਲਿੱਦਰ ਦਾ ਨਾਸ਼ ਹੋ ਜਾਂਦਾ ਹੈ। ਕਿਉਂਕਿ ਸਤਿਗੁਰ ਪਵਿੱਤਰ ਬਾਣੀ ਦੇ ਸ਼ਬਦ ਆਪ ਜੀ ਸਰਵਣ ਕਰ ਰਹੇ ਹੋ। ਸੁਣਤੇ ਪਨੀਤ कहते पवित सतगुर रहया पर भूले बलवंत नानक विचरण लागे वाजे अनंतुरे दुख रोग संताप उतरे सुनी सच्ची बाणी। क्योंकि सतगुर समझा रहे कि जो बाणी सुनते या बाणी गाते धन गुरु ग्रंथ ਸਾਹਿਬ ਬਾਰੇ किरपा करते हैं, पर गुरु सवेरे गल कहते रख लियो। अज किसी कोई समा है किहड़ा समा? ना तो बाणी पढ़न का समा ਤੇ ਨਾ ਬਾਣੀ ਸੁਣਨ ਦਾ ਸਮਾਂ। ਕਿਉਂਕਿ ਅਸੀਂ ਆਪਣੇ ਦੁਨਿਆਵੀ ਕੰਮਾਂ ਦੇ ਵਿੱਚ ਇੰਨੇ ਮਜ਼ਬੂਤ ਹੋ ਚੁੱਕੇ ਹਾਂ, ਇੰਨੇ ਫਸ ਚੁੱਕੇ, ਇੰਨੇ ਬਿਜੀ ਹੋ ਚੁੱਕੇ ਹਾਂ। ਪਰ ਕਬੀਰ ਸਾਹਿਬ ਕਹਿੰਦੇ ਚਲ ਬਹੁਤਾ ਸਮਾਂ ਨਹੀਂ ਕਬੀਰ, ਏਕ ਘੜੀ ਆਦੀ ਤੇ ਬੁਨਿਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। पर गुरु सवारियो सतगुर ने यह भी सानू कह दिता है ऊठ ते बैठ ते सोवत जागत इहो मन तुझे चितार है। ऊठ ते सुखिया बैठ ते सुखिया भाव नहीं लागेगा ऐसे गुड़िया। सतगुरु धन गुरु ग्रंथ ਸਾਹਿਬ में कृपा कर दे गुरु के सखा एक अखर मन वस्त नानक होत निहाल। जे तेरे कोई बहुता समा नहीं ना, चाहे जिंदगी च विचरदा अमृत वेले उठ के एक बार सतनाम वाहिगुरू कह दे कि नहीं बहुत गुरु साहब संत जी। पर इन्ना भी समय है अज के समय किसी मर्जी को पूछो हरेक बंदा की है जी विधि। एक शब्द है हरेक के अंदर, मैं विधि है, मेरे को टाइम है नहीं गया, मेरे दुनियावी कम बहुत उलझे हुए हैं। और धन गुरु ग्रंथ ਸਾਹਿਬ बारे कहते अवर काज तेरे किते ना काम मिल साध संगत भज केवल नाम। केवल ते केवल वाहिगुरु परमात्मा के नाम नाल भी जुड़ना चाहिए। दुनियावी काम भी सानू करने पैंदे क्योंकि धन गुरु नानक देव दा मिशन है किरत करनी नाम जपना ते वंड के छकना। मैं एक अर्ज करूँ ठीक है गुरु सवारी भी है, पर टाइम के विचों टाइम कट के ना धन गुरु ग्रंथ ਸਾਹਿਬ महाराज नूं नमस्कार करनी जरूरी है। सतगुरु दर्शन करने जरूरी है क्योंकि धन गुरु ग्रंथ ਸਾਹਿਬ महाराज का ही उपदेश है दर्शन देख जीवा गुर तेरा पूर्ण कर्म होए प्रभु। बचन चेते आया शायद गुरु गोबिंद सिंह महाराज दरबार विच ना एग्जाम्पल दे रहे हैं। एक गुरु के सिख ने आके बेनती की सच्चे पातशाह आप जी के चरणों के विच संगत अंमृत वेले भी आउंदियां ने, शामां भी आउंदियां, दिन दे विच भी उन्हें टाइम लगता है कि आप की हजूरी विच आके मत्था टेकदे है। ते सच्चे पातशाह साहब नूं मत्था टेकण दा कोई फायदा होऊगा? ये सवाल किया, ये बेनती की गुरु के सिख ने धन गुरु गोबिंद सिंह महाराज। और नोट कर लेना जी क्योंकि सतगुरु हरेक तरह की गल सुनते सी, हरेक की बात सुनते सी।
ਕਈ ਤਰਕੀ ਲੋਕ ਸੀ, ਉਹਨਾਂ ਦੀ ਵੀ ਗੱਲ ਸੁਣਦੇ ਸੀਗੇ। ਇਹ ਨਹੀਂ ਵੀ ਸਤਿਗੁਰੂ ਕਿਸੇ ਦੀ ਗੱਲ ਨਹੀਂ ਸੀ ਸੁਣਦੇ, ਕਿਉਂਕਿ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਣਦੇ, ਉੱਥੇ ਗੁਰੂ ਗ੍ਰੰਥ ਮਹਾਰਾਜ ਵੀ ਸੁਣਦੇ ਆ। ਸਭ ਕੁਝ ਸੁਣਦਾ ਲਿਖਦਾ ਕਿਉਂ ਮੁਕਰ ਪਾਇਆ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਣਦੇ, ਕਿਉਂਕਿ 10 ਗੁਰਾਂ ਦੀ ਜੋਤ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਗੁਰੂ ਕੇ ਸਿੱਖਾ, ਜੋ ਤੂੰ ਸਾਨੂੰ ਵਚਨ ਕੀਤਾ ਵੀ ਮੱਥਾ ਟੇਕਣਾ, ਤੇ ਗੁਰੂ ਸਵਾਰੇ ਗੱਲ ਚੇਤੇ ਰੱਖ ਲਿਓ, ਮੱਥਾ ਟੇਕਣ ਦੀ ਵੀ ਕੁਝ ਗੱਲਾਂ ਧਿਆਨ ਵਿੱਚ ਕਰਨੀਆਂ ਪੈਂਦੀਆਂ ਨੇ। ਕੁਝ ਗੱਲਾਂ ਕਈ ਵਾਰੀ ਕੀ ਹੁੰਦਾ ਹੈ, ਗੁਰੂ ਕਾ ਸਿੱਖ ਮੱਥਾ ਟੇਕਦਾ ਹੁੰਦਾ ਹੈ, ਜਾਂ ਕੋਈ ਸਰੋਵਰ ਦੇ ਕੰਢੇ, ਜਾਂ ਕੋਈ ਹੋਰ ਨਿਸ਼ਾਨ ਸਾਹਿਬ ਨੂੰ, ਜਾਂ ਕੋਈ ਦਰਬਾਰ ਦੇ ਬਾਹਰਲੇ ਬੰਨੇ, ਆਪਾਂ ਉਹਦੇ ਮੂੰਹ ਦੀ ਲੰਘਦੇ ਹਾਂ। ਇਹ ਗੁਰਮਤਿ ਨਹੀਂ, ਇਹ ਮਨਮਤਾ ਨੋਟ ਕਰ ਲੈ। ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਸਿੱਖ ਨੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ, ਤੁਹਾਡੇ ਚਰਨਾਂ 'ਚ ਮੱਥਾ ਟੇਕਣ ਦਾ ਕੋਈ ਫਾਇਦਾ ਕਰਤੀ ਸੀ ਥੋੜਾ ਜਿਹਾ। ਹੁਣ ਤੁਹਾਨੂੰ ਕੋਈ ਕਹਦੇ ਵੀ ਅੰਮ੍ਰਿਤ ਵੇਲੇ ਆਪ ਜੀ ਗੁਰੂ ਘਰ ਜਾਣਾ ਜਾਂ ਆਪ ਜੀ ਬਾਣੀ ਪੜ੍ਹਦਾ, ਤੁਹਾਨੂੰ ਕੋਈ ਫਾਇਦਾ? ਸਵਾਲ ਕਰੇਗਾ ਨਾ, ਕਿਉਂਕਿ ਗੁਰੂ ਸਵਾਲ ਫਾਇਦਾ ਜ਼ਰੂਰ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾ। ਸੁਖਮਨੀ ਸਾਹਿਬ ਪੰਗਤੀ ਨੂੰ ਕਹਿੰਦੇ ਮਹਾਰਾਜ ਜੀ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸਿੱਖਾ, ਜੋ ਤੂੰ ਸਾਨੂੰ ਬੇਨਤੀ ਕੀਤੀ ਹੈ, ਇਹਦਾ ਜਵਾਬ ਸਵੇਰੇ ਤੈਨੂੰ ਗੁਰੂ ਕੇ ਦਰਬਾਰਾਂ ਦੇ ਵਿੱਚ, ਸੰਗਤ ਦੇ ਵਿੱਚ ਤੈਨੂੰ ਇਸ ਗੱਲ ਦਾ ਜਵਾਬ ਮਿਲੇਗਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ। ਦੂਸਰਾ ਦਿਨ ਆਇਆ, ਦੂਸਰਾ ਦਿਨ ਉਸੇ ਤਰ੍ਹਾਂ ਗੁਰੂ ਕੇ ਸਿੱਖ ਨੇ ਮੱਥਾ ਟੇਕਿਆ ਤੇ ਗੁਰੂ ਚਰਨਾਂ ਸਮਾਪਤੀ ਹੋਈ। ਸਮਾਪਤੀ ਤੋਂ ਉਪਰੰਤ ਸਤਿਗੁਰਾਂ ਦੇ ਕੋਲ ਜਾ ਕੇ ਖੜਾ ਹੋ ਗਿਆ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਦੱਸਿਓ ਆਪ ਜੀ ਦੇ ਚਰਨਾਂ 'ਚ ਅਸੀਂ ਮੱਥਾ ਟੇਕਦੇ, ਸਭ ਭਾਵ ਕੀ ਹੈ, ਇਹਦਾ ਲਾਭ ਕੀ ਹੈ? ਮੇਰੇ ਸਾਹਿਬ ਇੱਕ ਸਿੱਖ ਨੂੰ ਇਸ਼ਾਰਾ ਕੀਤਾ, ਕਦੇ ਗੁਰੂ ਕੇ ਸਿੱਖਾ ਜਾਂ ਇੱਕ ਕਾਗਜ਼ ਦਾ ਟੁਕੜਾ ਲੈ ਕੇ ਆਓ, ਇੱਕ ਕਾਗਜ਼ ਦਾ ਟੁਕੜਾ, ਇੱਕ ਮੋਹਰ, ਦੋਨੋਂ ਲੈ ਕੇ ਆਓ, ਸ਼ਾਹੀ ਲੈ ਕੇ ਆਓ। 3 ਚੀਜ਼ਾਂ ਮੰਗਾਈਆਂ। ਮੇਰੇ ਸਾਹਿਬਾਂ ਨੇ, ਜਿਹੜੇ ਸਿੱਖ ਨੇ ਸਵਾਲ ਕੀਤਾ ਸੀ ਨਾ ਵੀ ਸਾਨੂੰ ਮੱਥਾ ਟੇਕਣ ਦਾ ਭਾਵ ਕੀ ਹੈ, ਇਹਦਾ ਲਾਭ ਕੀ ਹੋਵੇਗਾ, ਮੇਰੇ ਸਾਹਿਬ ਕਹਿੰਦੇ ਗੁਰੂ ਕੇ ਸਿੱਖਾ, ਇਹ ਮੋਹਰ ਦੇਖ। ਮੋਹਰ ਦੇਖੀ, ਉਹ ਸਿੱਖ ਨੇ ਜਿਹਨੇ ਸਵਾਲ ਕੀਤਾ ਸੀ ਪੁੱਛਣ ਲੱਗੇ ਐ, ਸਤਿਗੁਰੂ ਕਹਿੰਦੇ ਤੇ ਕੀ ਲਿਖਿਆ ਹੋਇਆ? ਕਹਿੰਦਾ ਸੱਚੇ ਪਾਤਸ਼ਾਹ ਦੀ ਕੋਈ ਸਮਝ ਨਹੀਂ ਆਉਂਦੀ, ਇਹਦੇ ਤੇ ਕੀ ਲਿਖਿਆ ਹੈ? ਜਦੋਂ ਗੁਰੂ ਸਵਰਨ ਦੀ ਮੋਹਰ ਹੁੰਦੀ ਹੈ ਨਾ, ਜਿਹਦੀ ਤਾਂ ਜੇਲ੍ਹ ਦੇ ਵਿੱਚ ਹੁਣ ਤਾਂ ਪਤਾ ਹੀ ਨਹੀਂ ਕੀ ਲਿਖਿਆ ਹੋਇਆ। ਤੁਸੀਂ ਮੋਹਰ ਅੱਗੇ ਕਦੇ ਕਰਕੇ ਵਿਖਾਇਓ, ਕਿਉਂਕਿ ਪੜ੍ਹਦੇ ਕੀ ਹੈ, ਕਿਉਂਕਿ ਉਹ ਜਿਹੜੇ ਮੋਹਰਾਂ ਦੇ ਅੱਖਰ ਹੁੰਦੇ ਜੀ ਪੁੱਠੇ ਨਹੀਂ ਸਮਝ ਵਿੱਚ ਆਉਂਦੇ। ਮੇਰੇ ਸਾਹਿਬਾਂ ਨੇ ਕਿਰਪਾ ਕੀਤੀ, ਮੋਹਰ ਸ਼ਾਹੀ ਦੇ ਵਿੱਚ ਲਵੇੜੀ, ਕਾਗਜ਼ ਤੇ ਲਾ ਦਿੱਤੀ। ਕਹਿੰਦੇ ਹੁਣ ਤੇ ਕੀ ਹੈ? ਕਹਿੰਦਾ ਸਤਿਨਾਮ ਵਾਹਿਗੁਰੂ ਲਿਖਿਆ ਹੋਇਆ ਜੀ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਗੁਰੂ ਕੇ ਸਿੱਖਾ, ਇਸੇ ਤਰ੍ਹਾਂ ਜਦੋਂ ਗੁਰੂ ਚਰਨਾਂ 'ਚ ਮੱਥਾ ਟੇਕੇਗਾ, ਗੁਰੂ ਕੇ ਦਰਬਾਰ 'ਚ ਮੱਥਾ ਟੇਕੇਗਾ ਨਾ, ਤੇਰੀ ਜ਼ਿੰਦਗੀ ਜਿਹੜੇ ਪੁੱਠੇ ਲੇਖਾਂ ਮੱਥੇ ਦੇ, ਉਸ ਦਾਤੇ ਦੀ ਕਿਰਪਾ ਨਾਲ ਸਿੱਧੇ ਹੋ ਜਾਣੇ। ਜੀ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਸਾਸਨ ਦੀ ਸਾਤ ਰਹਿਸ ਮਨ ਉਪਜੋ, ਸਗਲੇ ਦੁੱਖ ਪਲਾਇਣ, ਦੁੱਖ ਭਾਵ ਕੇ ਪਲਾਇਣ ਦਾ ਦੁੱਖ ਦੂਰ ਚਲੇ ਜਾਂਦੇ ਹੈ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਜੀ। ਰਹਾਓ ਪਾਵਨ ਪਵਿੱਤਰ ਹੁਕਮਨਾਂਦ, ਰਹਾਓ ਦਾ ਸ਼ਬਦ ਠਹਿਰਾਓ। ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰਿ ਕੇ ਚਰਣਾ ਰਸਾਇਣਾ। ਸਤਿਗੁਰੂ ਦੀ ਕਿਰਪਾ ਕਰਦੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ, ਮੁਖ ਤੀਜੋ ਬੋਲੇ ਕੀਹਾ ਮੂਹਾ ਸੱਚ ਹੋਵੇ। ਹੁਣ ਗੁਰੂ ਸਵਾਰੇ ਆਪਾਂ ਜਿਹੜੇ ਸਾਰੇ ਬੈਠੇ ਨਾ, ਆਪਾਂ ਕੌਣ ਹੈ? ਸਾਰੇ ਆਪਾਂ ਮੰਗਤੇ ਬੈਠੇ ਨਾ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਕਰਦੇ, ਜਗਤ ਭਿਖਾਰੀ ਬਿਰਤ ਹੈ, ਸਭ ਕੋ ਦਾਤਾ ਰਾਮ। ਸਾਰੇ ਕੀ ਵੀ ਆਪਾਂ ਭਿਖਾਰੀ ਹਨ, ਸਾਰੇ ਕੀ ਵੀ ਆਪਾਂ ਮੰਗਤੇ ਹਨ। ਦੇਣ ਵਾਲਾ ਕੌਣ ਹੈ? ਉਹ ਦਾਤਾ ਪਰਮੇਸ਼ਰ ਹੈ, ਉਹਦੇ ਕੋਲ ਮੰਗਣਾ ਕੀ ਹੈ? ਹੁਣ ਗੁਰੂ ਸਾਹਿਬ ਆਪੋ ਆਪਣੇ ਖਿਆਲ ਮੁਤਾਬਕ ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਮਾਫ ਕਰ ਦਿਓ। ਕਈ ਵਾਰੀ ਤਾਂ ਇੱਕ ਦੂਜੇ ਦਾ ਬੁਰਾ ਭਲਾ ਵੀ ਮੰਗ ਲੈਂਦੇ ਨੇ। ਐਸੇ ਵੀ ਦੁਨੀਆ ਦੇ ਵਿੱਚ ਲੋਕ ਵਿਚਰਦੇ ਹੈ। ਗੁਰੂ ਸਾਹਿਬ ਜੀ ਮੈਥੋਂ ਸ਼ਾਇਦ ਵਿਦਵਾਨ ਬੈਠੇ ਹੋ, ਆਪ ਜੀ ਕਿਰਪਾ ਕਰਿਓ, ਦਾਤੇ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਓ, ਕਦੇ ਕਿਸੇ ਦਾ ਬੁਰਾ ਨਾ ਮੰਗਿਓ। ਜੇ ਤੁਹਾਡਾ ਕਿਸੇ ਨੇ ਬੁਰਾ ਕਰ ਵੀ ਦਿੱਤਾ,
मेरे साहब के चरणों च यही अरदास करो, सच्चे पातशाह कृपा करी, क्योंकि सिख मंगते ही भला ही है। गुरु साहिब सिख जो अरदास बेनती करके मत्था टेकदा ना, की कहता आप सारे हर रोज करते हैं, कहने हैं नानक नाम चढ़दी कला तेरे भाने सरबत दा। सरबत दा भाव हुंदा जी वाहिगुरू जी सारिਆਂ ਦਾ की जी भला करदी। हुण सारे दे विच गुरु सवेरे ਜਿਹਦੀ ਤੁਹਾਡੇ ਨਾਲ ਲਾਗ ਡਾਟੇ ਭਾਵ ਕੇ ਤੁਹਾਡੇ ਦੀ ਜੈਸੀ ਹੈ, ਤੁਹਾਨੂੰ ਤੁਹਾਡੇ ਕੋਲ ਥੋੜੀ ਥੋੜੀ ਹੱਕ ਮੈਲੀ ਹੈ, ਉਹਦਾ ਵੀ ਤਾਂ ਭਲਾ ਹੋ ਗਿਆ। क्योंकि गुरु कासे केवल ते केवल सब दा भला मंगदा। सियाण दी भी कहावत है कि कर भला हो भला अंत भले दा भला। गुरु नानक दे चरणा च मंगना की है भला। गुरु साध संत दी दुनियावी सुख मान की करे जो मांगे ठाकुर अपने ते अरदास करी, सच्चे पातशाह कृपा करके सानू अंमृत वेला जागना बख्श दियो। बोलो सतनाम श्री वाहिगुरू। गुरु साध संत दी अंमृत वेला भाग की ਅੰਮ੍ਰਿਤ ਵੇਲੇ ਦਾ ਸਮਾਂ ਕਿਉਂ? ਕਿਉਂਕਿ ਉਹ ਜਿਹੜਾ ਟਾਈਮ ਆ ਉਹ ਕਹਿੰਦੇ ਇਕਾਂਤ ਹੈ। ਅੰਮ੍ਰਿਤ ਵੇਲੇ ਦਾ ਸਮਾਂ ਇੱਕ ਇਕਾਂਤ ਹੁੰਦਾ ਹੈ। ਆਪ ਕਦੇ ਅੰਮ੍ਰਿਤ ਵੇਲੇ ਉੱਠ ਕੇ ਦੇਖਿਓ 3 ਵਜੇ 4 ਵਜੇ ਉੱਠ ਸ਼ਾਂਤੀ ਨੇ ਕਿੰਨਾ ਮਾਹੌਲ ਵਧੀਆ ਹੁੰਦਾ ਹੈ। ਸਤਿਗੁਰੂ ਕਿਰਪਾ ਕਰਦੇ ਅੰਮ੍ਰਿਤ ਵੇਲਾ ਸਤਿਗੁਰੂ ਵਡਿਆਈ ਵਿਚਾਰ ਗੁਰੂ ਦੇ ਕੋਲ ਮੰਗਣਾ ਅੰਮ੍ਰਿਤ ਵੇਲਾ। ਇਹ ਗੱਲਾਂ ਕੀ ਇਹਨੇ ਵੀ ਅੰਮ੍ਰਿਤ ਵੇਲਾ ਉੱਠ ਲਿਆ, ਅੰਮ੍ਰਿਤ ਵੇਲੇ ਦੀ ਸੰਭਾਲ ਵੀ ਕਰਨੀ ਹੈ। ਇਹ ਸੱਚੇ ਪਾਤਸ਼ਾਹ ਜਿੱਥੇ ਅੰਮ੍ਰਿਤ ਵੇਲਾ ਬਖਸ਼ ਕੀਤਾ ਉੱਥੇ ਸਾਨੂੰ ਬਾਣੀ ਪੜ੍ਹਨ ਦੀ ਤਾਕਤ ਤੇ ਲਾਗਤ ਬਖਸ਼ ਦੇ। ਤੇ ਗੁਰੂ ਸਵਰ ਜਿੱਥੇ ਬਾਣੀ ਪੜ੍ਹਨ ਦੀ ਤਾਕਤ ਬਖਸ਼ ਦਿਓ, ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤ ਵੇਲੇ ਬਾਜਾ ਮਾਰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ। ਆਵੋ ਆਪ ਜੀ ਨਾਨਕ ਸਾਹਿਬ ਹੁਣੇ ਸੁਣਿਆ ਭਾਈ ਸਾਹਿਬ ਜੀ ਪੜ੍ਹਦੇ ਸੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ। ਕਰਨਾ ਕੀ ਹੈ? ਗਾਵੋ ਸੱਚੀ ਬਾਣੀ। और माफ कर देना जी, असी गुरु नानक दी घर आ भी जाने, बैठ भी जाने, पर बाणी सुनते पढ़न का समा नहीं लगता। दुनियावी गल्लां इत्थे भी करके वापस ही घर नूं चले जाने हैं। धन गुरु अमरदास महाराज कह रहे हैं, आवो सिख सतगुरु के प्यारे। सिख का अर्थ भाव की है? जो गुरु की गल की सिखदा है। गुरु की गल सिखदा वही सिखदा, क्योंकि सिक्खी सिखिया गुरु विचार। आवो सिख सतगुरु के प्यारियो, गावो सच्ची बाणी। गुरु साध संगत जी 1430 अंग धन गुरु ग्रंथ साहिब महाराज एक एक अखर की सच बोलदा है। धन गुरु ग्रंथ साहिब महाराज नूं सब कुछ लिखिया मिल जाना, कदे पढ़ के वेखो कदे सुन के वेखो, एक गल अखर एक भाव नहीं शब्द मिलना कि गुरु ग्रंथ साहिब महाराज सच्ची बाणी है कि झूठी बाणी नहीं। कहने वाले तो बड़ा कुछ कह जाते हैं, क्योंकि सियाणे कहते हैं डांग फड़ी जाती, किसी की जीव नहीं फड़ी जाती। सतगुरु कृपा करते जो मांगे ठाकुर अपने ते सोई सोई दे रहा, जो मांगे सोई सोई पावे। और गुरु के कोलों जो मंगोगे ना, सतगुरु ने सिख की झोली विच कोई पा लेना। बोलो सतनाम श्री वाहिगुरू। सेव हर के चरण रसायना, उस वाहिगुरू परमात्मा के चरण हृदय रूपी विच वसाउणा कर। जन्म मरण तू ते छुटै, भव जल जगत तरायण। गुरु सवारे जिंदगी विच दो दुख बहुत पैणे, किहड़े जी? एक जमना, दूसरा जी मरण। क्योंकि जिहड़ा संसार है जमण ते मरण दे झमेलियां विच ही फसिया होया है। जन्म मरण दो ते छुटै। उस वाहिगुरू परमात्मा की जो असी बाणी सुनांगे ना, जब बाणी पढ़ांगे, जब बाणी करें असी ध्यान देवांगे। धन गुरु अर्जन जी महाराज कृपा करते कहते जन्म मरण दो के छुटे। जन्म मरण तो गुरु के सिक्खा को मुक्त हो जाएगा। सूरज किरण मरे जल का जल हुआ राम, ज्योति जोत रड़ी संपूर्ण थिया राम। क्योंकि सो कहो कलपुर से ये ऐन सह सुभाए, दर्शन परसे गुरु के जन्म ये मरण अग्न। जन्म मरण दुख जाए, क्योंकि संसार की विचर दिया घर विच औलाद नहीं पैदा हुई, 10 साल हो गया ब्याह होई नहीं, घर विच कोई पोता नहीं होया तां भी दुखी है ना? दुखी रब ना करे घटना वापर जे दुनिया तो चले गया, संसार तो चला गया, ओदा जान दा टाइम नहीं तां भी दुखी है। जमण का भी दुख सतगुरु कदे मरण का भी दुख पाल के जन्म मरण दू में ना इहदे विचों पाल के वो अकाल पुरख परमात्मा कट दिंदे।
ਭਵ ਜਲ ਜਗਤ ਤਰੈਣ ਸੰਸਾਰ ਸਮੁੰਦਰ ਤੋਂ ਵਾਹਿਗੁਰੂ ਪ੍ਰਮਾਤਮਾ ਹੱਥ ਕੀ ਫਿਰ ਆਪ ਤਾਰ ਦਿੰਦੇ ਆ ਜੀ। ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣਾ। ਖੋਜਤ ਭਾਵ ਕਿ ਕਿਨੇ ਇਨਸਾਨ ਜਦੋਂ ਕੋਈ ਕੋਸ਼ਿਸ਼ ਕਰਦਾ ਨਾ, ਕਿਸੇ ਤਰ੍ਹਾਂ ਦੀ ਕੋਈ ਕੋਸ਼ਿਸ਼ ਕਰੇ, ਕੋਸ਼ਿਸ਼ ਕਰਨ ਦੇ ਨਾਲ ਉਹ ਥਾਂ ਤੱਕ, ਉਸ ਮੰਜ਼ਿਲ ਤੱਕ, ਗੋਬਿੰਦ ਦੀ ਮੰਜ਼ਿਲ ਤੱਕ ਕਹਿੰਦੇ ਉਹ ਪਹੁੰਚ ਜਾਂਦਾ ਹੈ। ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ। ਅਵਨਾਸੀ ਦੇ ਅਰਥ ਭਾਵ ਕੀ ਹੈ? ਗੁਰੂ ਸਵਰੇ ਇੱਕ ਹੁੰਦੇ ਅਵਨਾਸ਼, ਇੱਕ ਹੁੰਦੇ ਜੀ ਅਵਨਾਸੀ। ਅਵਨਾਸੀ ਪ੍ਰਮਾਤਮਾ ਦਾ ਨਾਮ ਹੈ ਜੀ। ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਕੋਈ। ਜਿਹੜਾ ਤਾਂ ਅਵਨਾਸ਼ ਹੈ, ਅਵਨਾਸ਼ ਦਾ ਹੁੰਦਾ ਜੀ ਨਾਸ਼। ਜੋ ਆ ਗਿਆ ਅਵਨਾਸੀ ਸ਼ਬਦ, ਅਵਨਾਸੀ ਦਾ ਭਾਵ ਕਿ ਅਕਾਲ ਪੁਰਖ ਪ੍ਰਮਾਤਮਾ ਦਾ ਕਦੇ ਨਾਸ਼ ਨਹੀਂ ਹੁੰਦਾ, ਕਿਉਂਕਿ ਗੁਰੂ ਸਵਰ ਹਰੇਕ ਚੀਜ਼ ਦਾ ਨਾਸ਼ ਹੋ ਜਾਣਾ। ਰਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਹਰੇਕ ਚੀਜ਼ ਦਾ ਨਾਸ਼ ਹੋ ਜਾਣਾ, ਪਰ ਕੇਵਲ ਤੇ ਕੇਵਲ ਵਾਹਿਗੁਰੂ ਪ੍ਰਮਾਤਮਾ ਦਾ ਜੋ ਨਾਮ ਰੂਪੀ ਸ਼ਬਦ ਹੈ ਇਹਦਾ ਕਦੇ ਨਾਸ਼ ਨਹੀਂ ਹੁੰਦਾ। ਹੁਣ ਗੁਰੂ ਸਵਰ ਨਾਮ ਰੂਪੀ ਸ਼ਬਦ ਕੀ ਹੈ? ਗੁਰਬਾਣੀ। ਕਿਉਂਕਿ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਗਿਆਨੀ ਗਿਆਨ ਸਿੰਘ ਜੀ ਨੇ, ਜੋ ਕਿ ਜੋਹਰਾ ਆਪਾਂ ਗਾਉਣੇ ਆ ਨਾ, ਜੋਹਰਾ ਗਾਉਣੇ ਆ। ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥੋ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। गुरु ग्रंथ जी मान्यो प्रगट गुरां की देह जो प्रभु को मिलवो जाए फूल शब्द में ले। शब्द आ गया, शब्द की है, शब्द स्वतुम केला सतगुरु का गुरु वैसक मित्र बाणी ही शब्द है। अविनाशी खेम चाहे जे नानक सदा सिमर नारायण। ਹੁਣ ਸਦਾ ਦਾ ਆਪਾਂ ਸਾਰੇ ਜਾਣਦੇ, ਸਦਾ ਦਾ ਅਰਥ ਕੀ ਹੁੰਦਾ ਹੈ? ਇਹ ਆਪਣਾ ਸਦਾ ਦਾ ਇਹਦਾ ਇਹੀ ਕੰਮ ਹੈ ਜੀ। ਸਦਾ ਦਾ ਭਾਵ ਕਿ ਰੋਜ਼। ਸਤਿਗੁਰੂ ਕਹਿੰਦੇ ਸਦਾ ਸਿਮਰ ਨਾਰਾਇਣ। ਨਾਰਾਇਣ ਉਸ ਪ੍ਰਮਾਤਮਾ ਦਾ ਨਾਮ ਹੈ। ਅਸੀਂ ਕਦੇ ਸਿਮਰਦੇ ਹਾਂ? ਅਸੀਂ ਉਹਦੇ ਸਿਮਰਨ ਦੇ ਜਦੋਂ ਅਸੀਂ ਪ੍ਰਮਾਤਮਾ ਤੋਂ ਕੁਛ ਲੈਣਾ ਹੋਵੇ ਉਹਦੇ ਸਿਮਰਦੇ ਨਾ। ਲਓ ਜੀ ਮੈਂ ਚੌਪਾਈ ਦੇ 11 ਪਾਠ ਕਰੂ, ਸੱਚੇ ਪਾਤਸ਼ਾਹ ਮੇਰਾ ਆਹ ਕੰਮ ਹੋ ਜੇ। ਮੈਂ ਸੁਖਮਨੀ ਸਾਹਿਬ ਦੇ 21 ਪਾਠ ਕਰੂ, ਮੇਰਾ ਆਹ ਹੋ ਜੇ। ਮੈਂ ਸਹਿ ਪਾਠ ਇੰਨੇ ਕਰੂ, ਮੇਰਾ ਆਹ ਹੋ ਜੇ। ਕਿਉਂਕਿ ਗੁਰੂ ਸਵਰ ਅਸੀਂ ਪ੍ਰਮਾਤਮਾ ਨਾਲ ਸ਼ਰਤਾਂ ਲਾ ਲਈਆਂ, ਅਸੀਂ ਪ੍ਰਮਾਤਮਾ ਨਾਲ ਇੱਕ ਚੀਜ਼ ਦਾ ਮੁੱਲ ਪਾ ਲਿਆ। ਸਤਿਗੁਰੂ ਤਾਂ ਕਹਿੰਦੇ ਸਦਾ ਸਿਮਰਨ ਰਹੇ, ਉਹ ਤਾਂ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਦਿਨ ਜਪ ਮਨ ਸਤਿਨਾਮ ਸਦਾ ਸਤ ਨਾਮ। ਪਰ ਆਪਾਂ ਸਿਮਰਦੇ ਕਾਮ ਪ੍ਰਿਯ ਹਰਿ ਸਿਮਰਿਐ ਐਸਾ ਸਿਮਰੋ ਨਿਤ। ਕਬੀਰ ਸਾਹਿਬ ਕਹਿੰਦੇ ਜਿੱਦੇ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਨਾ ਉਹਦੀ ਗੁਰੂ ਕੇ ਸਵਾਰ ਹੈ। 108 ਮਨ ਕਹਿੰਦੀ ਮਾਲਾ ਫੜ ਕੇ ਬਹਿ ਜਾਏਗਾ, ਮੈਂ ਵਾਹਿਗੁਰੂ ਵਾਹਿਗੁਰੂ ਕਰਦਾ, ਕਿਉਂਕਿ ਉਹਦਾ ਤੈਨੂੰ ਕੰਮ ਹੈ ਨਾ। ਕੰਮ ਕਰਕੇ ਕੰਮ ਕਰ ਰਹੇ ਹਾਂ, ਜ਼ਰੂਰਤ ਕਰਕੇ ਕਰ ਰਹੇ ਹਾਂ ਨਾ। ਪਰ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਸਾਜਿਆ ਤੇ ਨਵਾਜਿਆ, ਪੰਜ ਪੂਤ ਦੇ ਹੀ ਦਿੱਤੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾ ਵਾਹਿਗੁਰੂ ਪਰਮਾਤਮਾ ਨੂੰ ਸਦਾ ਹੀ ਉਹਨੂੰ ਸਿਮਰ, ਸਦਾ ਨਾਰਾਇਣ ਨੂੰ ਸਿਮਰ। ਗੁਰੂ ਸਵਾਰਿਓ ਠੀਕ ਹੈ, ਅਸੀਂ ਕੰਮ ਜਿਹਨਾਂ ਦੇ ਵਿੱਚ ਹੈ, ਸਮਾਂ ਨਹੀਂ ਵੀ ਮਿਲਦਾ, ਪਰ ਫਿਰ ਵੀ ਕੋਸ਼ਿਸ਼ ਕਰਿਆ ਕਰੋ ਸੱਚੇ ਪਾਤਸ਼ਾਹ ਦੇ ਗੁਰੂ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਿਆ ਕਰੋ। ਸਤਿਗੁਰ ਦੀ ਕਿਰਪਾ ਕਰਿਓ, ਸਾਨੂੰ ਬਾਣੀ ਪੜ੍ਹਨ ਦੀ ਲਾਗਤ ਤੇ ਤਾਕਤ ਬਖਸ਼ ਦਾ ਮਾਲਕ ਵੀ ਹੈ, ਪਰ ਕੁਛ ਆਪਣੇ ਹੱਥ ਵਿੱਚ ਵੀ ਇਹ ਵੀ ਨੋਟ ਕਰਿਓ। ਮਾਲਕ ਦੇ ਹੱਥ ਵਿੱਚ ਤਾਂ ਹੈ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਹੁਕਮ ਹੈ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ। ਪਰ ਕਬੀਰ ਸਾਹਿਬ ਕਹਿੰਦੇ ਕੁਝ ਤੇਰੇ ਮਨ ਦੇ ਖਿਆਲ ਵੀ ਹੈ, ਤੈਨੂੰ ਵੀ ਪਤਾ ਇਸ ਗੱਲ ਦਾ, ਕਿਉਂਕਿ ਕਬੀਰ ਮਨ ਜਾਣਨਾ ਸਭ ਬਾਤ। ਮਨ ਸਾਰਾ ਕੁਝ ਜਾਣਦਾ ਨਾ ਜੀ, ਵੀ ਜੇ ਗੁਰੂ ਕਰ ਗਿਆ ਜਾਂ ਬਾਣੀ ਪੜੀ ਆ ਇਹਦਾ ਫਾਇਦਾ ਮੈਨੂੰ ਆ ਹੋਵੇ, ਪਤਾ ਨਾ ਮਨ ਨੂੰ ਸਾਰੀ ਇਸ ਗੱਲ ਦਾ। ਪਰ ਜੇ ਵੀ ਮਨ ਜਾਣਨਾ ਸਭ ਬਾਤ ਜਾਣਤ ਹੀ ਔਗਣ ਕਰੇ। ਕਬੀਰ ਸਾਹਿਬ ਕਹਿੰਦੇ ਫਿਰ ਵੀ ਜਾਣ ਬੁੱਝ ਕੇ ਗਲਤੀ ਕਰਦਾ, ਕੋਈ ਗੱਲ ਨਹੀਂ, ਕੱਲ ਨੂੰ ਗੁਰੂ ਘਰ ਜਾ ਕੇ ਦਰਸ਼ਨ ਕਰ ਲਾਂ, ਸਤਿਗੁਰੂ ਦੀ ਬਾਣੀ ਫਿਰ ਪੜ ਲਾਂਗੇ। ਜਿਹੜੇ ਕੱਲ ਹੈ ਕਾਲ ਬਣ ਜਾਂਦਾ, ਕੱਲ ਵਿੱਚ ਹੱਥ ਆਉਂਦੇ ਨਹੀਂ। ਕਬੀਰ ਸਾਹਿਬ ਕਹਿੰਦੇ ਮਨ ਜਾਣੈ ਸਭ ਬਾਤ ਜਾਣਤੀ ਔਗਣ ਕਰੇ, ਕਾਹੀ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਇਹਦੇ ਅਰਥ ਭਾਵ ਕੀ ਹੈ? ਕਹਿੰਦੇ ਅੱਖਾਂ ਤੋਂ ਦਿਖਦਾ ਵੀ ਹੈ, ਹੱਥ ਵਿੱਚ ਦੀਵਾ ਵੀ ਫੜਿਆ ਹੋਇਆ ਹੈ,
फिर भी कूए पर फिर भी जान बुझ के खूह विच डिगदा है, तेरा मन सारा कुछ जानदा है भी चंगा की है बुरा की है, चंगियाइयां बुरियाइयां वाचै धर्म हदूर, करनी अपो अपनी के नेड़े की दूर, जिन्नी नाम ते आया गुरु सवारे जिन्होंने परमात्मा नाम ते गए मुशक्कत घाल, नानक ते मुख उजले कीर्ति छुट्टी नाल। उस वाहिगुरु परमात्मा की रजा दे विच आप जी ने जो कि लंबे समय को लेके आप जी हाजरियां कर रहे हो, पावन पवित्र हुक्मनामे की जो विचार आप जी ने श्रवण की है, उस बार मैं यही अर्थ बेनती करूंगा कि कोशिश करा करो धन गुरु ग्रंथ साहिब महाराज के अमृत वेले आके दर्शन करिए, बाणी नाल जुड़िए, बाणी नाल जुड़िए। धन साहिब श्री गुरु गोबिंद सिंह महाराज की बख्श, क्योंकि पीहो पौल कंधे तार वो जन्म शहीदा, वाह वाह गोबिंद सिंह आपे गुरु चेला। नोट कर लो गुरु सवारियो, ਆਪਾਂ ਦੁਨੀਆ ਵਿੱਚ ਵਿਚਰਦੇ ਹਾਂ ਤੇ ਸਾਰੇ ਆਪਾਂ ਜਾਣਦੇ ਹੋ जो कि क्योंकि चार युग होए हैं, चारे युगां ਦੇ ਵਿੱਚ ਅੱਡੋ ਅੱਡੀ ਅਵਤਾਰ ਹੋਏ ਨੇ। जिस तरह त्रेते युग के अंदर रामचंद्र जी, द्वापर विच कृष्ण आए, माफ करना जी कृष्ण ने दूजे कृष्ण नहीं साजे, राम दूजा रामचंद्र नहीं साजिया, पर धन साहिब श्री गुरु गोबिंद सिंह महाराज कृपा की है। गुरु के सिख ते जिथे सिख धन गुरु गोबिंद सिंह ने आप अंमृत छके, उत्थे सिख नूं भी छकाया। जिथे सतगुरु ने आप शास्त्र पहने, उत्थे गुरु सवारियो अपने सिख नूं भी शास्त्र पहनने की इजाजत दी है। एक गल नोट कर लियो, मुसलमान धर्म है, सनातन धर्म है, ਉਹਦੇ ਅੰਦਰ ਕੇਵਲ ਤੇ ਕੇਵਲ ਭਾਈ ਹੀ ਪੜ ਸਕਦੇ ਨੇ। ਤੇ ਗੁਰੂ ਸਵਾਰਿਓ ਧੰਨ ਗੁਰੂ ਗ੍ਰੰਥ ਸਾਹਿਬ ਪਵਿੱਤਰ ਬਾਣੀ ਇੱਕ ਭੈਣ ਵੀ ਪੜ ਸਕਦੀ, ਇੱਕ ਮਾਂ ਵੀ ਪੜ ਸਕਦੀ, ਇੱਕ ਬੱਚਾ ਵੀ ਪੜ ਸਕਦਾ, ਇੱਕ ਬਜ਼ੁਰਗ ਵੀ ਪੜ ਸਕਦਾ। ਪਰ ਕੋਸ਼ਿਸ਼ ਕਰਿਆ ਕਰੋ ਜਿਹੜੀ ਬਾਣੀ ਹੈ ਉਹਨੂੰ ਸ਼ੁੱਧਤਾ ਨਾਲ ਪੜ੍ਹੀਏ, ਪਿਆਰ ਨਾਲ ਪੜ੍ਹੀਏ, क्योंकि सतगुरु कृपा करते गल होर कह देवा, ये कोई जरूरी नहीं है भी जो कोई पढ़िया लिखिया वही परमात्मा नूं चेते कर सकते। हुण साडे कोल तरक्की है ना जी, किसी ने कहते रब रब कर लिया, बाणी पढ़ लिया, मैं तां पढ़ा, मैं पढ़ नहीं सकता, क्योंकि धन गुरु ग्रंथ साहिब पवित्र बाणी की कहते बाणी जो गुरमुख ध्याव है, पढ़िया आन पढ़िया परमगत पावे। उस वाहिगुरु परमात्मा नूं किसी की पढ़ाई नाल डिग्री नाल कोई दुनियावी पढ़ाइयां भी करनियां चाहिए ने। जो दुनियावी पढ़ाइयां करिए, विद्या विचारी तां परोपकारी जा पंच राशि का तीर्थवासी करो जी कृपा। पावन पवित्र हुक्मनाम जी ने श्रवण कीता, ओहदे अखीर के तुकां द्वारे फिर एक बार उधराउण दी कृपा करियो जी। खोजत खोजत तत विचारियो, दास गोबिंद परायणा, अविनाशी खेमा, चाहे जे नानक सदा सिमर नारायणा। आप जी बड़ भागी हो, विचार करने को, बाणी पढ़ने को, इतनी जी अनेक होने गलतियां सतगुरु बख्शन हारे है, संगत बख्शन हारे है। इतनी कहानी आप जी प्रवान कर ट्रस्ट अते समूह भाई साहब अते समूह संगत का बहुत बहुत धन्यवाद, जो आप जी की कृपा द्वारा सतगुरु कृपा द्वारा अमृत वेले आप